ਅੱਜ ਸਾਰਾ ਪੰਜਾਬ ਪੁੱਛਦਾ ਟੰਕੇ ਦੀ ਚੋਟ ਤੇ ਪੁੱਛਦਾ ਵੀ ਕੀ ਗੁਰੂ ਸਾਹਿਬ ਨਾਲੋਂ ਵੀ ਅਹਿਮ ਕੋਈ ਕੇਸ ਸੀ। ਤੱਥ ਪੇਸ਼ ਕਰਨ ਵਾਲੇ ਵਕੀਲ ਕਮਜ਼ੋਰ ਕਿਉਂ। ਸਤਿ ਸ਼੍ਰੀ ਅਕਾਲ, ਜਗਬਾਣੀ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਸ਼ਾਮਿਤ। ਅੱਜ ਅਸੀਂ ਜਿਸ ਮੁੱਦੇ ਤੇ ਗੱਲ ਕਰਨ ਲਈ ਆਏ ਹਾਂ ਉਹ ਮੁੱਦਾ ਹੈ ਕਾਂਗਰਸ, ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਤੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ। ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਇਹਨਾਂ ਵਿਚਾਲੇ ਜਿਹੜੀਆਂ ਦੂਰੀਆਂ ਹੈ ਪਿਛਲੇ ਕਾਫੀ ਸਮੇਂ ਤੋਂ ਚਰਚਾ ਵਿੱਚ ਨੇ ਤੇ ਨਜ਼ਦੀਕੀਆਂ ਦੀਆਂ ਵੀ ਖਬਰਾਂ ਜਿਹੜੀਆਂ ਹੈ ਉਹ ਪਿਛਲੇ ਕੁਝ ਸਮੇਂ ਤੋਂ ਚਰਚਾ ਵਿੱਚ ਨੇ। ਬਾਕੀ ਸਿੱਧੂ ਨੂੰ ਅਕੋਮੋਡੇਟ ਕਰਨ ਦੀ ਗੱਲ ਹੋ ਰਹੀ ਹੈ ਲਗਾਤਾਰ, ਪਰ ਪਿਛਲੇ ਕਈ ਸਾਲਾਂ ਤੋਂ ਹੀ ਜਦੋਂ ਤੋਂ ਉਹਨਾਂ ਨੇ ਕੈਬਨਿਟ ਛੱਡੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਕੈਪਟਨ ਗਵਰਨਮੈਂਟ ਜਾਂ ਕੈਪਟਨ ਦੀ ਅਗਵਾਈ ਵਿੱਚ ਅਕੋਮੋਡੇਟ ਕਰਨ ਦੀ ਗੱਲ ਚੱਲ ਰਹੀ ਹੈ। ਖੈਰ ਇਹ ਤਾਂ ਪੁਰਾਣੀਆਂ ਗੱਲਾਂ ਨੇ। ਅੱਜ ਦੀ ਤਾਜ਼ਾ ਖਬਰ ਕੀ ਹੈ ਤੁਸੀਂ ਤੁਹਾਨੂੰ ਤਸਵੀਰਾਂ ਦੇ ਜ਼ਰੀਏ ਵਿਖਾਉਂਦੇ ਹਾਂ। ਆ ਵੇਖੋ, ਫੇਸਬੁੱਕ ਤੇ ਨਵਜੋਤ ਸਿੰਘ ਸਿੱਧੂ ਬਿਲਕੁਲ ਸਵੇਰੇ ਅੱਜ ਵਿਸਾਖੀ ਵਾਲੇ ਦਿਨ ਪਹੁੰਚ ਗਏ ਗੁਰਦੁਆਰਾ ਸਾਹਿਬ ਬੁਰਜ ਜਵਾਹਰ ਸਿੰਘ ਵਾਲਾ ਬਰਗਾੜੀ ਵਿਖੇ। ਬੁਰਜ ਜਵਾਹਰ ਸਿੰਘ ਵਾਲਾ ਇਹ ਐਪੀਸੈਂਟਰ ਨੇ ਜਦੋਂ 2015 ਵਿੱਚ ਬੇਅਦਬੀ ਵਾਲਾ ਮਾਮਲਾ ਭਖਿਆ ਸੀ। ਇਹ ਉਸ ਵੇਲੇ ਦੇ ਐਪੀਸੈਂਟਰ ਨੇ। ਨਵਜੋਤ ਸਿੰਘ ਸਿੱਧੂ ਤੁਸੀਂ ਵੇਖ ਸਕਦੇ ਹੋ ਅਲੱਗ-ਅਲੱਗ ਪਿਕਚਰਸ ਵਿੱਚ। ਉੱਥੇ ਇਹਨਾਂ ਨੇ ਸੀਸ ਨਵਾਇਆ ਤੇ ਫਿਰ ਕੁਝ ਸਥਾਨਕ ਲੋਕਾਂ ਨਾਲ ਜਿਹੜੇ ਉੱਥੇ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸਨ ਉਹਨਾਂ ਦੇ ਨਾਲ ਗੱਲਬਾਤ ਕੀਤੀ। ਇਹ ਉਹਨਾਂ ਦੀ ਅੱਜ ਦੀ ਮੂਵਮੈਂਟ। ਸਵੇਰੇ ਉਹ ਪਹੁੰਚ ਗਏ ਗੁਰਦੁਆਰਾ ਸਾਹਿਬ ਔਰ ਗੁਰਦੁਆਰਾ ਸਾਹਿਬ ਵੀ ਬੁਰਜ ਜਵਾਹਰ ਸਿੰਘ ਵਾਲਾ ਬਰਗਾੜੀ ਵਿਖੇ। ਫਿਰ ਉਹਨਾਂ ਨੇ ਉੱਥੇ ਫੋਟੋਆਂ ਖਿਚਵਾਈਆਂ। ਉਸ ਤੋਂ ਬਾਅਦ ਉਹਨਾਂ ਨੇ ਮੈਸੇਜ ਪਾਇਆ ਕਿ ਉਹ ਕੁਝ ਹੀ ਦੇਰ ਬਾਅਦ ਲਾਈਵ ਹੋਣਗੇ ਵਿਸਾਖੀ ਦੇ ਮੌਕੇ 'ਤੇ। ਫਿਰ ਅਚਾਨਕ ਉਹਨਾਂ ਦਾ ਵੀਡੀਓ ਆਉਂਦਾ। ਵੀਡੀਓ ਦਾ ਟਾਈਟਲ ਤੁਸੀਂ ਵੇਖੋ, ਜਸਟਿਸ ਡਿਲੇਡ ਜਸਟਿਸ ਡਿਨਾਈਡ। ਉਹ ਗੱਲ ਕਰ ਰਹੇ ਨੇ ਬੇਅਦਬੀ ਮਾਮਲਿਆਂ ਦੀ। ਤੇ ਬੇਅਦਬੀ ਮਾਮਲਿਆਂ ਵਿੱਚ ਹੀ ਜਿਹੜੀ SIT ਦੀ ਰਿਪੋਰਟ ਹੈ, ਗੋਲੀकांड ਦੀ ਰਿਪੋਰਟ ਹੈ, ਜਿਹੜਾ ਗੋਲੀकांड ਹੋਇਆ ਸੀ ਕੋਟਕਪੂਰੇ ਵਿੱਚ, ਬਹਿਬਲ ਕਲਾਂ ਵਿੱਚ, ਉਸ ਦੀ ਰਿਪੋਰਟ ਪਿਛਲੇ ਦਿਨੀ ਜਿਹੜਾ ਹੈ ਉਹ ਕੋਰਟ ਵੱਲੋਂ ਖਾਰਿਜ ਕਰ ਦਿੱਤੀ ਗਈ। ਫਿਰ ਉਸ ਤੋਂ ਬਾਅਦ ਅੱਜ ਇਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਸਾਹਮਣੇ ਆਉਣਾ ਤੇ ਫਿਰ ਕਈ ਮੁੱਖ ਗੱਲਾਂ ਕਰਨਾ ਵੀਡੀਓ ਰਾਹੀਂ। ਇਹ ਜਿਹੜਾ ਹੈ ਕੈਪਟਨ ਸਰਕਾਰ ਨੂੰ ਕਿਤੇ ਨਾ ਕਿਤੇ ਉਹ ਆਇਨਾ ਦਿਖਾ ਰਹੇ ਨੇ। ਤੇ ਵੀਡੀਓ ਜਦੋਂ ਅਸੀਂ ਪਲੇ ਕਰਦੇ ਹਾਂ ਉਹ ਸ਼ੁਰੂਆਤ ਵਿੱਚ ਸੀਸ ਨਵਾ ਰਹੇ ਨੇ ਤੇ ਉਸ ਤੋਂ ਬਾਅਦ ਜਿਹੜਾ ਹੈ ਸੀਸ ਨਵਾਉਣ ਤੋਂ ਬਾਅਦ ਇਸ ਤਰੀਕੇ ਦੇ ਨਾਲ ਕੁਝ ਲੋਕਾਂ ਦੇ ਨਾਲ ਖੜੇ ਹੋ ਕੇ ਉਹ ਫਿਰ ਅੱਗੇ ਆਪਣੀ ਗੱਲ ਰੱਖਦੇ ਨੇ। ਇਸ ਗੱਲ ਵਿੱਚ ਇਸ ਵੀਡੀਓ ਵਿੱਚ ਉਹ ਕੀ ਗੱਲਾਂ ਰੱਖ ਰਹੇ ਨੇ, ਉਹ ਕਹਿ ਰਹੇ ਨੇ ਕਿ ਜਿਹੜੀ SIT ਦੀ ਰਿਪੋਰਟ ਹਾਈ ਕੋਰਟ ਵਿੱਚ ਖਾਰਿਜ ਹੋਈ ਹੈ ਉਸ ਨੂੰ ਪਬਲਿਕ ਕੀਤਾ ਜਾਵੇ। ਜਿਵੇਂ ਜਸਟਿਸ ਰਣਜੀਤ ਸਿੰਘ ਦੀ ਜਿਹੜੀ ਝੂਠੇ ਕੇਸਾਂ ਵਾਲੀ ਰਿਪੋਰਟ ਸੀ, ਜਦੋਂ ਕੈਪਟਨ ਸਰਕਾਰ ਆਈ ਸੀ ਤਾਂ ਇਹਨਾਂ ਨੇ ਵਿਧਾਨ ਸਭਾ ਵਿੱਚ ਉਹ ਰਿਪੋਰਟ ਰੱਖੀ ਤੇ ਉਸੇ ਤਰੀਕੇ ਦੇ ਨਾਲ ਇਸ ਰਿਪੋਰਟ ਨੂੰ ਵੀ ਪਬਲਿਕ ਕੀਤਾ ਜਾਵੇ ਜਿਸ ਨੂੰ ਹਾਈ ਕੋਰਟ ਨੇ ਖਾਰਿਜ ਕੀਤਾ ਹੈ। ਤੇ ਸਿੱਧੂ ਨੇ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਇਸ ਵੀਡੀਓ ਰਾਹੀਂ ਚੁੱਕੇ ਨੇ। ਉਹ ਕਹਿ ਰਹੇ ਨੇ ਕਿ ਕੋਰਟ ਵਿੱਚ ਜਿਨ੍ਹਾਂ ਤੱਥਾਂ ਦੇ ਨਾਲ ਲੜਿਆ ਗਿਆ ਉਹ ਤੱਥ ਕਮਜ਼ੋਰ ਸੀ ਤੇ ਉਸ ਨੂੰ ਪੇਸ਼ ਕਰਨ ਵਾਲੇ ਵੀ ਕਮਜ਼ੋਰੀ ਨਾਲ ਇਹਨਾਂ ਤੱਥਾਂ ਨੂੰ ਪੇਸ਼ ਕਰ ਰਹੇ ਸੀ ਤੇ ਫਿਰ ਨਤੀਜਾ ਉਸ ਦਾ ਇਸ ਤਰੀਕੇ ਨਾਲ ਆਇਆ ਕਿ ਰਿਪੋਰਟ ਖਾਰਿਜ ਕਰ ਦਿੱਤੀ ਗਈ। SIT ਵੱਲੋਂ ਜਿਹੜੀ ਰਿਪੋਰਟ ਸੌਂਪੀ ਗਈ ਸੀ। ਇਨਸਾਫ ਕਰਾ ਹੀ ਲੈਣਾ ਹੈ ਕੁਦਰਤ ਨੇ, ਇਹ ਗੱਲ ਵੀ ਉਹਨਾਂ ਨੇ ਆਖੀ। ਬਾਕੀ ਉਹ SIT ਰਿਪੋਰਟ ਸਿਰਫ ਸੈਕਰੀਲੇਜ ਇਸ਼ੂ ਬੇਅਦਬੀ ਮਾਮਲਿਆਂ ਦੀ ਨਹੀਂ ਕਹਿ ਰਹੇ, ਉਹ ਨਾਲ ਦੀ ਨਾਲ ਗੱਲ ਕਰ ਰਹੇ ਨੇ ਡਰੱਗਸ ਦੀ ਜਿਹੜੀ ਹਰਪ੍ਰੀਤ ਸਿੱਧੂ ਵਾਲੀ ਰਿਪੋਰਟ ਹੈ ਉਸ ਨੂੰ ਵੀ ਪਬਲਿਕ ਕਰਨ ਦੀ ਗੱਲ ਆਖ ਰਹੇ ਨੇ। ਖੈਰ ਮੋਟੇ ਬਿੰਦੂਆਂ ਰਾਹੀਂ ਅਸੀਂ ਜਾਣ ਲੈਂਦੇ ਹਾਂ ਕਿ ਕੀ ਕੁਝ ਰਿਹਾ ਅੱਜ ਦੀ ਇਸ ਹਲਚਲ ਵਿੱਚ। ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਬੁਰਜ ਜਵਾਹਰ ਸਿੰਘ ਵਾਲਾ ਪਹੁੰਚੇ ਜਿੱਥੇ ਜਿਹੜਾ ਹੈ ਬੀੜ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੀ ਉਹ ਚੋਰੀ ਹੋਈ ਸੀ 2015 ਵਿੱਚ ਤੇ ਉਸੇ ਤੋਂ ਬਾਅਦ ਇਹ ਪੂਰਾ ਬੇਅਦਬੀ ਵਾਲਾ ਮਾਮਲਾ ਭਖਿਆ ਸੀ। ਪਰ ਇੱਕ ਗੱਲ ਇੱਥੇ ਦੱਸਣੀ ਇਹ ਵੀ ਜ਼ਰੂਰੀ ਹੈ ਕਿ ਸਿੱਧੂ ਉੱਥੇ ਬਰਗਾੜੀ ਤਾਂ ਪਹੁੰਚੇ ਪਰ ਜਿਹੜੇ ਵਿਕਟਿਮ ਪਰਿਵਾਰ ਸੀ, ਜਿਹੜੇ 2 ਸਿੰਘ ਸ਼ਹੀਦ ਹੋਏ ਸੀ, ਉਹਨਾਂ ਪਰਿਵਾਰਾਂ ਨਾਲ ਨਹੀਂ ਮਿਲੇ ਜਿਹੜੇ ਉਸੇ ਗੁਰਦੁਆਰੇ ਦੇ 20 ਕਿਲੋਮੀਟਰ ਦੇ ਦਾਇਰੇ ਵਿੱਚ ਸਨ। ਹਾਲਾਂਕਿ ਉਹਨਾਂ ਨੇ ਜਸਟਿਸ ਡਿਲੇ ਹੋਣ ਦੀ ਗੱਲ ਜ਼ਰੂਰ ਕੀਤੀ ਹੈ। ਬਾਕੀ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਫੋਟੋਆਂ ਪਾ ਕੇ ਕੈਪਟਨ ਸਰਕਾਰ 'ਤੇ ਸਵਾਲ ਜ਼ਰੂਰ ਚੁੱਕੇ ਤੇ ਲਾਈਵ ਇੰਟਰੈਕਸ਼ਨ ਵੀ ਕੀਤਾ। ਇਸ ਤੋਂ ਇਲਾਵਾ ਤੁਹਾਨੂੰ ਸਿੱਧੂ ਦਾ ਟਵਿੱਟਰ ਦੀ ਹਲਚਲ ਵੀ ਵਿਖਾਉਂਦੇ ਹਾਂ। ट्विटर ਤੇ ਸਿੱਧੂ ਕਹਿੰਦੇ ਨੇ ਕਿ ਮੰਜ਼ਿਲ ਤੋਂ ਮਿਲ ਜਾਣੇ ਦੋ, ਜਵਾਬ ਵੀ ਦੇंगे ਹਿਸਾਬ ਵੀ देंगे। ਇਹ ਉਹਨਾਂ ਦੀ ਅੱਜ ਦੀ ਸੋਸ਼ਲ ਮੀਡੀਆ ਦੀ ਹਲਚਲ। ਅੱਜ ਵਿਸਾਖੀ ਦੇ ਪਵਿੱਤਰ ਦਿਹਾੜੇ ਮੈਂ ਗੁਰੂ ਸਾਹਿਬ ਦੀ ਬੇਅਦਬੀ ਦੀ ਸਾਜ਼ਿਸ਼ ਨੂੰ ਬੇਨਕਾਬ ਕਰਨਾ ਹੈ। ਸੱਚ ਦੀ ਆਵਾਜ਼ ਬੁਲੰਦ ਕਰਨਾ
ਇਹ ਉਹ ਪਵਿੱਤਰ ਧਰਤੀ ਹੈ ਗੁਰਜਵਾਰ ਸਿੰਘ ਗੁਰਦੁਆਰਾ ਸਾਹਿਬ, ਜਿੱਥੋਂ ਗੁਰੂ ਸਾਹਿਬ ਦੇ ਪਾਵਨ ਸਰੂਪ ਚੋਰੀ ਹੋਈ ਸੀ। ਜਿਹੜਾ ਗੁਰੂ ਦਾ ਨਾ ਹੋ ਸਕਿਆ ਉਹ ਪੰਜਾਬ ਦਾ ਕੀ ਹੋਊ? ਗੁਰੂ ਤੇ ਪੰਜਾਬ ਦੀ ਆਤਮਾ। ਬਾਈ ਜੀ, ਸ਼ਤਰੰਜ ਦੀ ਇੱਕ ਵਿਸਾਤ ਬਚੀ, ਸ਼ਤਰੰਜ ਦੀ ਇੱਕ ਵਿਸਾਤ ਵਿਛੀ ਹੈ, ਤੇ ਜਿਹੜੇ ਹੁਕਮ ਦੇਣ ਵਾਲੇ ਰਾਜਾ ਤੇ ਵਜ਼ੀਰ ਸੀ ਉਹਨਾਂ ਦੀ ਕਿਲਾਬੰਦੀ ਕੀਤੀ ਹੈ, ਉਹਨਾਂ ਨੂੰ ਮਹਿਫੂਜ਼ ਰੱਖਿਆ ਗਿਆ ਤੇ ਵਾਰ ਹੋ ਰਹੇ ਨੇ ਪਿਆਦਿਆਂ ਤੇ, ਕਟਘਰੇ 'ਚ ਖੜੇ ਕੀਤੇ ਜਾ ਰਹੇ ਨੇ ਪਿਆਦੇ। ਜਲਿਆਂਵਾਲੇ ਬਾਗ ਦਾ ਸਾਕਾ ਹੋਇਆ, ਉਹਦੇ ਦੁੱਖ ਨੇ ਸਾਰੇ ਭਾਰਤ ਦੇ ਹਿਰਦੇ ਬੁਲੰਦ ਤੇ। ਦੇਸ਼ ਇਕੱਠਾ ਹੋ ਗਿਆ, ਨੈਸ਼ਨਲ ਇੰਟੀਗ੍ਰੇਸ਼ਨ ਦਾ ਉਹ ਧੁਰਾ ਬਣ ਗਿਆ। ਸ਼ਹੀਦ ਆਜ਼ਮ ਊਧਮ ਸਿੰਘ ਨੇ ਬਦਲਾ ਉਹ ਤੋਂ ਲਿਆ ਸੀ ਜਿਹਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ। ਹੁਕਮ ਦੇਣ ਵਾਲਾ ਵੱਡਾ ਗੁਨਾਹਗਾਰ ਹੈ ਉਹਨਾਂ ਤੋਂ ਜਿਹਨਾਂ ਗੋਲੀ ਚਲਾਈ ਸੀ। ਇਹੀ ਇਨਸਾਫ ਹੈ। ਅੱਜ ਮੈਂ ਇੱਥੇ ਖੜੋ ਕੇ ਇੱਕ ਡਿਮਾਂਡ ਰੱਖਦਾ ਕਿ ਜਿਸ ਤਰ੍ਹਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸਾਰਵਜਨਿਕ ਕੀਤੀ ਸੀ, ਪਬਲਿਕ 'ਚ ਰੱਖੀ ਗਈ ਸੀ, ਉਸੇ ਤਰ੍ਹਾਂ ਜਿਹੜੀ ਡਰੱਗਸ ਵਾਲੀ ਰਿਪੋਰਟ ਹੈ ਹਰਪ੍ਰੀਤ ਸਿੱਧੂ ਸਾਹਿਬ ਦੀ, ਤੇ ਜਿਹੜੀ ਇਸ ਬੇਅਦਬੀ ਕਾਂਡ ਦੀ ਕੁੰਵਰ ਵਿਜੇ ਪ੍ਰਤਾਪ ਜੀ ਦੀ ਰਿਪੋਰਟ ਹੈ, ਉਹਨੂੰ ਸਾਰਵਜਨਿਕ ਕੀਤਾ ਜਾਵੇ, ਉਹਨੂੰ ਪਬਲਿਕ 'ਚ ਰੱਖਿਆ ਜਾਵੇ ਔਰ ਲੋਕਾਂ ਸਨਮੁਖ ਕੀਤਾ ਜਾਵੇ, ਜਿਸ ਤਰ੍ਹਾਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਿਧਾਨ ਸਭਾ 'ਚ ਰੱਖ ਕੇ ਪਬਲਿਕ ਕੀਤੀ ਗਈ ਸੀ। ਕਾਨੂੰਨ ਕਦੇ ਵੀ ਦੇਖ ਲਿਓ ਤੱਥਾਂ ਦੇ ਆਧਾਰ ਦੇ ਉੱਤੇ ਫੈਸਲੇ ਕਰਦਾ ਹੈ, ਤੇ ਜੇ ਤੱਥ ਹੀ ਕਮਜ਼ੋਰ ਹੋਣ ਔਰ ਤੱਥ ਪੇਸ਼ ਕਰਨ ਵਾਲੇ ਕਮਜ਼ੋਰ ਹੋਣ ਤੇ ਫਿਰ ਫੈਸਲੇ ਵੀ ਉਹੀ ਜਿਹੇ ਹੁੰਦੇ। ਅੱਜ ਸਾਰਾ ਪੰਜਾਬ ਪੁੱਛਦਾ ਹੈ, ਟੰਕੇ ਦੀ ਚੋਟ ਤੇ ਪੁੱਛਦਾ ਹੈ ਵੀ ਕੀ ਗੁਰੂ ਸਾਹਿਬ ਨਾਲੋਂ ਵੀ ਅਹਿਮ ਕੋਈ ਕੇਸ ਸੀ? ਤੱਥ ਪੇਸ਼ ਕਰਨ ਵਾਲੇ ਵਕੀਲ ਕਮਜ਼ੋਰ ਕਿਉਂ? ਫਿਰ ਦੁਨੀਆ ਦਾ ਸਭ ਤੋਂ ਵੱਡਾ ਵਕੀਲ, ਇੱਕ ਨਹੀਂ ਦੋ ਤਿੰਨ, ਉੱਥੇ ਕਿਉਂ ਨਹੀਂ ਖੜੇ ਕੀਤੇ? ਇਹ ਅਣਗੌਲੀ ਕਿਉਂ? ਆਦੀ ਅਨੰਤ ਹੈ, ਉਹਨੇ ਤੇ ਇਨਸਾਫ ਕਰਾ ਹੀ ਲੈਣਾ। ਉਹ ਤੇ ਪਰਖਦਾ ਹੈ, ਉਹ ਤੇ ਪਰਖਦਾ ਹੈ ਕਿ ਤੁਸੀਂ ਉਹਦੀ ਕਸੌਟੀ ਦੇ ਉੱਤੇ ਖਰੇ ਉਤਰੇ ਕਿ ਨਹੀਂ। ਜਿਸ ਦਸ਼ਮੇਸ਼ ਪਿਤਾ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ, ਉਹਦੇ ਮਨਸੂਬੇ ਲਈ ਜਿਹੜੀ ਦੋ ਸਿੰਘਾਂ ਨੇ ਸ਼ਹਾਦਤ ਦਿੱਤੀ, ਗੁਰੂ ਦੀ ਬੇਅਦਬੀ ਦੇ ਇਨਸਾਫ ਦੇ ਲਈ, ਉਸ ਸ਼ਹਾਦਤ ਦਾ ਰੁਤਬਾ ਵੀ ਉੱਚਾ ਤੇ ਸੁੱਚਾ। ਬਾਕੀ ਬੇਅਦਬੀ ਮਾਮਲੇ, ਇਹਨਾਂ ਮਾਮਲਿਆਂ ਬਾਰੇ ਹੀ ਸਿੱਧੂ ਨੇ ਜਦੋਂ ਉਹ ਕੈਬਨਿਟ ਦਾ ਹਿੱਸਾ ਸਨ, ਵਿਧਾਨ ਸਭਾ ਪਹੁੰਚ ਰਹੇ ਸਨ, ਉਹਨਾਂ ਨੇ ਵਿਧਾਨ ਸਭਾ ਵਿੱਚ ਝੋਲੀ ਅੱਡ ਕੇ ਕੈਪਟਨ ਸਰਕਾਰ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਝੋਲੀ ਅੱਡ ਕੇ ਇਨਸਾਫ ਵੀ ਮੰਗਿਆ ਸੀ ਬੇਅਦਬੀ ਮਾਮਲਿਆਂ ਦਾ। ਇਹ ਉਸ ਵੇਲੇ ਦੀ ਗੱਲ ਹੈ। ਤੇ ਹੁਣ ਇਸ ਵੇਲੇ ਦੀ ਗੱਲ ਤੁਸੀਂ ਵੇਖੋ ਕਿ ਸਿੱਧੂ ਜਿਹੜੇ ਨੇ ਪਬਲਿਕਲੀ ਜਾ ਕੇ ਸਿੱਧੇ ਤੌਰ ਤੇ ਤਾਂ ਨਹੀਂ ਪਰ ਅਸਿੱਧੇ ਤੌਰ ਤੇ ਕੈਪਟਨ ਸਰਕਾਰ ਤੋਂ ਇਨਸਾਫ ਦੀ ਮੰਗ ਹੁਣ ਵੀ ਕਰ ਰਹੇ ਨੇ। ਐਪੀਸੈਂਟਰ ਬਰਗਾੜੀ ਜਿਹੜਾ ਸੀ ਉਹ ਬੇਅਦਬੀ ਮਾਮਲਿਆਂ ਦਾ,
ਤੇ SIT ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਸ ਨੂੰ ਟਾਰਗੇਟ ਕਰਦੇ ਹੋਏ ਸਿੱਧੂ ਕਹਿ ਰਹੇ ਨੇ ਕਿ ਇਸ ਨੂੰ ਪਬਲਿਕ ਕੀਤਾ ਜਾਵੇ ਤੇ IG ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਿਹੜੀ ਰਿਪੋਰਟ ਹੈ ਉਹ ਪਬਲਿਕ ਕੀਤੀ ਜਾਵੇ, ਵਿਧਾਨ ਸਭਾ ਵਿੱਚ ਸਾਹਮਣੇ ਲਿਆਂਦੀ ਜਾਵੇ। ਅਜਿਹੀਆਂ ਗੱਲਾਂ ਉਹਨਾਂ ਨੇ ਕੁਝ ਕੀਤੀਆਂ ਨੇ। ਬਾਕੀ ਉਹ ਇਹ ਕਹਿ ਰਹੇ ਨੇ ਕਿ ਲੋਕਾਂ ਨੂੰ ਲਗਾਤਾਰ ਉਮੀਦ ਹੈ ਦੋਸ਼ੀ ਬਖਸ਼ੇ ਨਹੀਂ ਜਾਣਗੇ ਤੇ CM ਦਾ ਪੱਖ ਜਿਹੜਾ ਪਿਛਲੇ ਦਿਨਾਂ ਦਾ ਇਸ ਵਿਚਾਲੇ ਰਿਹਾ ਹੈ ਉਹ ਤੁਹਾਨੂੰ ਦੱਸਦੀ ਜਦੋਂ SIT ਦੀ ਰਿਪੋਰਟ ਜਿਹੜੀ ਹੈ ਹਾਈ ਕੋਰਟ ਵੱਲੋਂ ਖਾਰਿਜ ਕੀਤੀ ਗਈ ਸੀ। CM ਨੇ ਕਿਹਾ ਸੀ ਕੋਟਕਪੂਰਾ ਫਾਇਰਿੰਗ ਕੇਸ ਜਿਹੜਾ ਹੈ ਉਹ ਬਿਲਕੁਲ ਫੇਅਰ, ਇੰਪਾਰਸ਼ੀਅਲ ਤੇ ਅਨਬਾਇਸ ਤਰੀਕੇ ਦੇ ਨਾਲ ਇਸ ਦੀ ਜਾਂਚ ਹੋਈ ਸੀ ਤੇ ਸਾਡੀ ਸਰਕਾਰ ਜਿਹੜੀ ਹੈ ਸੁਪਰੀਮ ਕੋਰਟ ਵਿੱਚ ਹਾਈ ਕੋਰਟ ਦੇ ਆਰਡਰਸ ਨੂੰ ਜਿਹੜਾ ਹੈ ਉਹ ਚੈਲੰਜ ਕਰੇਗੀ ਤੇ ਪੰਜਾਬ ਪੁਲਿਸ ਦੀ SIT ਜਾਂ ਫਿਰ ਜਿਹੜੇ SIT ਦੇ ਚੀਫ ਨੇ ਉਹਨਾਂ ਨੂੰ ਰਿਮੂਵ ਕਰਨ ਦੀ ਗੱਲ ਜਿਹੜੀ ਹੋ ਰਹੀ ਹੈ ਇਸ ਨੂੰ ਅਸੀਂ ਅਪਰ ਕੋਰਟ ਵਿੱਚ ਚੈਲੰਜ ਕਰਾਂਗੇ। ਅਜਿਹੀਆਂ ਗੱਲਾਂ ਕੈਪਟਨ ਸਰਕਾਰ ਵੱਲੋਂ ਆਖੀਆਂ ਗਈਆਂ ਸਨ। ਤੁਹਾਨੂੰ ਇਹ ਦੱਸ ਦਈਏ ਕਿ ਇਸ ਪੂਰੇ ਮਾਮਲੇ ਵਿੱਚ 2 ਸਿੰਘ ਸ਼ਹੀਦ ਹੋਏ ਸਨ ਜਿਨ੍ਹਾਂ ਦਾ ਨਾਮ ਸੀ ਕ੍ਰਿਸ਼ਨ ਭਗਵਾਨ ਸਿੰਘ ਤੇ ਇਸ ਤੋਂ ਇਲਾਵਾ ਦੂਜਾ ਨਾਮ ਹੈ ਗੁਰਜੀਤ ਸਿੰਘ। ਇਹ ਜਦੋਂ ਇਹ ਮਾਮਲਾ ਸਾਹਮਣੇ ਆਇਆ ਉਸ ਵੇਲੇ ਇਹਨਾਂ ਦੇ ਪਰਿਵਾਰਾਂ ਵੱਲੋਂ ਜਿਹੜਾ ਹੈ ਰੋਸ ਜਤਾਇਆ ਗਿਆ ਤੇ ਬਹੁਤ ਸਾਰੇ ਸਵਾਲ ਜਿਹੜੇ ਨੇ ਇਸ ਪੂਰੀ ਪ੍ਰਕਿਰਿਆ ਨੂੰ ਲੈ ਕੇ ਚੁੱਕੇ ਗਏ। ਪਰ ਨਵਜੋਤ ਸਿੰਘ ਸਿੱਧੂ ਜਿਹੜੇ ਸਵਾਲ ਚੁੱਕ ਰਹੇ ਨੇ ਉਹ ਕੁਝ ਸਾਲ ਪਹਿਲਾਂ ਜਦੋਂ ਨਵੀਂ ਸਰਕਾਰ ਬਣੀ ਸੀ ਉਸ ਵੇਲੇ ਵੀ ਇਹੀ ਕਹਿ ਰਹੇ ਸਨ ਕਿ ਕੈਪਟਨ ਸਰਕਾਰ ਦੇ ਸਾਹਮਣੇ ਝੋਲੀ ਅੱਡ ਰਹੇ ਸਨ ਕਿ ਸਾਨੂੰ ਬਰਗਾੜੀ ਬੇਅਦਬੀ ਦੇ ਦੋਸ਼ੀਆਂ ਦਾ ਇਨਸਾਫ ਦਿਓ, ਸਾਨੂੰ ਇਹਨਾਂ ਮਾਮਲਿਆਂ ਦਾ ਇਨਸਾਫ ਮਿਲਣਾ ਚਾਹੀਦਾ ਹੈ। ਤੇ ਹੁਣ ਜਦੋਂ ਆਖਰੀ ਸਾਲ ਹੈ ਕੈਪਟਨ ਸਰਕਾਰ ਦਾ ਉਸ ਵੇਲੇ ਸਿੱਧੂ ਪਬਲਿਕਲੀ ਫਿਰ ਇੱਕੋ ਗੱਲ ਦੁਹਰਾ ਰਹੇ ਹਨ ਕਿ ਸਾਨੂੰ ਬੇਅਦਬੀ ਮਾਮਲਿਆਂ ਦੀ ਜਿਹੜੀ ਜਾਂਚ ਹੈ ਉਸ ਦੀ ਇੱਕ ਤਾਂ ਰਿਪੋਰਟ ਪਬਲਿਕ ਕਰੋ ਤੇ ਉਸ ਦਾ ਇਨਸਾਫ ਮਿਲੇ। ਬਾਰ-ਬਾਰ ਇਹੀ ਗੱਲ ਦੁਹਰਾ ਰਹੇ ਨੇ ਤੇ ਡਰੱਗਸ ਮਾਮਲਿਆਂ ਦੀ ਜਿਹੜੀ SIT ਦੀ ਰਿਪੋਰਟ ਹੈ ਉਸ ਨੂੰ ਵੀ ਪਬਲਿਕ ਕਰਨ ਦੀ ਗੱਲ ਆਖ ਰਹੇ ਨੇ। ਮੁੜ ਘਿੜ ਕੇ ਉਹ ਕੈਪਟਨ ਸਰਕਾਰ ਨੂੰ ਹੀ ਲਲਕਾਰ ਰਹੇ ਨੇ। ਇਸ ਤੋਂ ਪਿਛਲੇ ਕੁਝ ਦਿਨਾਂ ਦੀ ਵੀ ਗੱਲ ਕੀਤੀ ਜਾਵੇ ਜੋ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਅਪਡੇਟਸ ਰਹੀਆਂ ਨੇ, ਉਹਨਾਂ ਨੇ ਜਿਹੜਾ ਪਟਿਆਲੇ ਵਿੱਚ ਲਾਠੀ ਚਾਰਜ ਹੋਇਆ ਨੌਜਵਾਨਾਂ ਦੇ ਜਿਹੜੇ PTT ਟੈਟ ਪਾਸ ਅਧਿਆਪਕ ਸਨ ਉਹਨਾਂ ਨੂੰ ਲੈ ਕੇ ਵੀ ਸਵਾਲ ਚੁੱਕੇ, ਉਹਨਾਂ ਦੀ ਪਤਨੀ ਵੀ ਲਗਾਤਾਰ ਸਵਾਲ ਚੁੱਕ ਰਹੇ ਨੇ ਨਵਜੋਤ ਕੌਰ ਸਿੱਧੂ। ਸੋ ਇਸ ਤਰੀਕੇ ਦੇ ਨਾਲ ਕੈਪਟਨ ਸਰਕਾਰ ਦੇ ਸਾਹਮਣੇ ਚੈਲੰਜ ਪੇਸ਼ ਕਰ ਰਹੇ ਨੇ। ਹਾਲਾਂਕਿ ਉਹਨਾਂ ਨੂੰ ਕੈਪਟਨ ਦੀ ਅਗਵਾਈ ਵਿੱਚ ਸਰਕਾਰ ਵਿੱਚ ਜਾਂ ਸੰਗਠਨ ਵਿੱਚ ਸੈਟਲ ਕਰਨ ਦੀਆਂ ਚਰਚਾਵਾਂ ਜਾਂ ਫਿਰ ਦਿੱਲੀ ਵੱਲੋਂ ਪ੍ਰੈਸ਼ਰ ਸੀ ਕੈਪਟਨ ਅਮਰਿੰਦਰ ਸਿੰਘ ਤੇ, ਪਰ ਉਹ ਸਾਰੀਆਂ ਚਰਚਾਵਾਂ ਹੀ ਨੇ ਅਜੇ ਤੱਕ ਤੇ ਲਗਾਤਾਰ ਸਿੱਧੂ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੀਆਂ ਗੱਲਾਂ ਆਖ ਰਹੇ ਨੇ। ਬਾਕੀ ਐਕਸਪਰਟ ਸੀਨੀਅਰ ਪੱਤਰਕਾਰ ਇਸ ਮਾਮਲੇ ਤੇ ਵਿਪਿਨ ਪੱਬੀ ਸਾਹਿਬ ਕੀ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ। ਪਿਛਲੇ ਕੁਝ ਸਮੇਂ ਤੋਂ ਕਾਫੀ ਇਦਾਂ ਦੀ ਰਿਪੋਰਟਸ ਆ ਰਹੀਆਂ ਸੀ ਕਿ ਕੈਪਟਨ ਅਮਰਿੰਦਰ ਸਿੰਘ ਔਰ ਨਵਜੋਤ ਸਿੱਧੂ ਜੀ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਹਨ। ਇਨਫੈਕਟ ਉਹ ਕਈ ਵਾਰੀ ਖਾਣੇ ਤੇ ਮਿਲੇ, ਕਈ ਵਾਰੀ ਵੈਸੇ ਉਹਨਾਂ ਨੇ ਮੀਟਿੰਗਾਂ ਕੀਤੀਆਂ ਔਰ ਹਮੇਸ਼ਾ ਲੱਗਦਾ ਸੀਗਾ ਕਿ ਕੁਛ ਨਾ ਕੁਛ ਗੱਲ ਬਣ ਰਹੀ ਹੈ, ਸ਼ਾਇਦ ਉਹਨਾਂ ਵਿੱਚ ਕੁਝ ਸਮਝੌਤਾ ਹੋ ਰਿਹਾ ਹੈ ਔਰ ਸ਼ਾਇਦ ਉਹ ਕੁਛ ਕਿਸੇ ਇੱਦਾਂ ਦੇ ਐਗਰੀਮੈਂਟ ਤੇ ਪਹੁੰਚਣ ਜਿਹਦੇ ਵਿੱਚ ਇਹਨਾਂ ਨੂੰ ਨਵਜੋਤ ਸਿੱਧੂ ਨੂੰ ਵੀ ਕੋਈ ਪਦ ਮਿਲੇ ਔਰ ਰਿਸਪੈਕਟਫੁਲ ਪਦ ਮਿਲੇ, ਜਦਕਿ ਕੈਪਟਨ ਅਮਰਿੰਦਰ ਸਿੰਘ ਤੇ ਉੱਪਰ ਪ੍ਰੈਸ਼ਰ ਸੀਗਾ ਕਿ ਉਹਨਾਂ ਨੂੰ ਕੋਈ ਅੱਛੀ ਜਗ੍ਹਾ ਤੇ ਰੀਹੈਬਿਲਿਟੇਟ ਕੀਤਾ ਜਾਏ, ਜਾਂ ਤਾਂ ਉਹਨਾਂ ਨੂੰ ਡਿਪਟੀ ਚੀਫ ਮਿਨਿਸਟਰ ਬਣਾਇਆ ਜਾਏ ਜਾਂ ਤਾਂ ਉਹਨਾਂ ਨੂੰ ਪ੍ਰਦੇਸ਼ ਕਾਂਗਰਸ ਦਾ ਚੀਫ ਬਣਾਇਆ ਜਾਏ। ਲੇਕਿਨ ਉਹ ਇਸ ਚੀਜ਼ ਨੂੰ ਅਪੋਜ਼ ਕਰਦੇ ਰਹੇ ਕੈਪਟਨ ਅਮਰਿੰਦਰ ਸਿੰਘ ਔਰ ਉਹਨਾਂ ਨੇ ਇਹ ਕਿਹਾ ਕਿ ਜਿਸ ਪਦ ਤੋਂ ਨਵਜੋਤ ਸਿੰਘ ਸਿੱਧੂ ਨੇ ਰਿਜ਼ਾਈਨ ਕੀਤਾ ਸੀਗਾ ਉਸ ਪਦ ਤੇ ਹੀ ਇਜ਼ ਮੋਸਟ ਵੈਲਕਮ ਟੂ ਕਮ ਬੈਕ, ਜਾਂ ਕੋਈ ਉੱਦਾਂ ਦਾ ਮਿਲਦਾ ਜੁਲਦਾ ਕੋਈ ਪਦ ਹੈ ਯਾਨੀ ਕਿ ਕੈਬਨਿਟ ਮਿਨਿਸਟਰ ਦਾ ਪਦ ਉਹਨਾਂ ਨੂੰ ਮਿਲ ਸਕਦਾ ਹੈ। ਲੇਕਿਨ ਇਹ ਖਬਰਾਂ ਇੰਨੀ ਦੇਰ ਤੋਂ ਆਉਣ ਦੇ ਬਾਵਜੂਦ ਵੀ ਕੋਈ ਸਿਰੇ ਨਹੀਂ ਚੜ੍ਹ ਰਹੀਆਂ। ਲੱਗਦਾ ਸੀਗਾ ਕਿ ਹੁਣ ਹੋਇਆ ਲੇਕਿਨ ਪਿਛਲੇ 2-3 ਮਹੀਨਿਆਂ ਤੋਂ ਜ਼ਿਆਦਾ ਤੋਂ ਵੀ ਮੀਟਿੰਗਸ ਚੱਲ ਰਹੀਆਂ ਜਿਹਦੇ ਵਿੱਚ ਕਾਂਗਰਸ ਦੇ ਜਿਹੜੇ ਸੈਂਟਰਲ ਆਬਜ਼ਰਵਰ ਹੈ ਉਹਨਾਂ ਨੇ ਵੀ ਇੱਕ ਬੜਾ ਵੱਡਾ ਰੋਲ ਪਲੇ ਕੀਤਾ, ਲੇਕਿਨ ਇਹ ਚੀਜ਼ ਕੋਈ ਮਤਲਬ ਕਿਸੇ ਨਤੀਜੇ ਤੇ ਨਹੀਂ ਪਹੁੰਚ ਰਹੀ ਸੀ। ਤੇ ਹੁਣ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਥੋੜਾ ਗਵਾ ਰਹੇ ਹੈ। ਕਾਫੀ ਇੰਡੀਕੇਸ਼ਨ ਹੈ ਕਿ ਉਹ ਹੁਣ ਚਾਹੁੰਦੇ ਹੈ ਕਿ ਕੋਈ ਨਾ ਕੋਈ ਕੋਈ ਜਗ੍ਹਾ ਉਹਨਾਂ ਨੂੰ ਮਿਲੇ ਔਰ ਕਾਫੀ ਦੇਰ ਤੋਂ ਜਿਹੜਾ ਉਹ ਪਾਵਰ ਤੋਂ ਵਿਛੜੇ ਹੋਏ ਹੈ ਉਹ ਚਾਹੁੰਦੇ ਹੋਣੇ ਕਿ ਸਾਨੂੰ ਕਿ ਉਹਨਾਂ ਨੂੰ ਇਸ ਤਰ੍ਹਾਂ ਦਾ ਕੋਈ ਨਾ ਕੋਈ ਅਹੁਦਾ ਦਿੱਤਾ ਜਾਏ। ਔਰ ਇਸ ਚੀਜ਼ ਦਾ ਬੜਾ ਜ਼ਿਆਦਾ ਇੰਡੀਕੇਸ਼ਨ ਹੈ ਜਿਹੜਾ ਉਹਨਾਂ ਦਾ ਵੀਡੀਓ ਆ ਕੇ ਆਇਆ ਹੈ ਕਿ ਕਿਸ ਤਰ੍ਹਾਂ ਉਹ ਕਹਿ ਰਹੇ ਕਿ ਅਸੀਂ ਹਿਸਾਬ ਲਵਾਂਗੇ ਜਿਹੜਾ ਕੁਝ ਹੋਇਆ ਹੈ, ਜਿਹੜੇ ਰਿਪੋਰਟ ਆਈ ਹੈ ਕਮਿਸ਼ਨ ਦੀ ਉਹ ਪਬਲਿਕ ਹੋਣੀ ਚਾਹੀਦੀ ਹੈ ਔਰ ਜਿਹੜੇ ਰੂਲਰਸ ਹੈ ਜਿਹਨੂੰ ਛੁਪਾਉਣਗੇ ਉਹ ਬਖਸ਼ੇ ਨਹੀਂ ਜਾਣਗੇ ਔਰ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੀ ਉਹਨਾਂ ਨੇ ਗੱਲਾਂ ਕਹੀਆਂ ਹੈ। ਔਰ ਸਾਰੀਆਂ ਗੱਲਾਂ ਜੇ ਧਿਆਨ ਨਾਲ ਦੇਖਿਆ ਜਾਏ ਤਾਂ ਉਹ ਸਾਰੀਆਂ ਇਸ ਚੀਜ਼ ਤੇ ਕੇਂਦਰਿਤ ਸੀਗੀਆਂ
ਕਿ ਜੇ ਮੈਂ ਹੁੰਦਾ ਤੇ ਹੁਣ ਤੱਕ ਜਿਹੜੇ ਜੋ ਵੀ ਉਹਦੇ ਕਲਪ੍ਰਿਟਸ ਹੈ ਉਹਨਾਂ ਨੂੰ ਛੱਡਿਆ ਨਹੀਂ ਜਾਂਦਾ। ਔਰ ਇੱਕ ਚੀਜ਼ ਉਹਨਾਂ ਨੇ ਬੜੀ ਵੱਡੀ ਕਹੀ ਹੈ ਕਿ ਤੁਸੀਂ ਛੋਟੇ-ਮੋਟੇ ਲੋਕਾਂ ਨੂੰ ਫੜ ਕੇ ਉਹ ਨਹੀਂ ਕਰ ਸਕਦੇ, ਸਜ਼ਾ ਮਿਲਣੀ ਚਾਹੀਦੀ ਤਾਂ ਉਹਨੂੰ ਮਿਲਣੀ ਚਾਹੀਦੀ ਹੈ, ਉਹਦਾ ਕਸੂਰ ਜ਼ਿਆਦਾ ਹੈ ਜਿਹਨੇ ਇਹ ਆਰਡਰ ਕੀਤੀ ਸੀ ਫਾਇਰਿੰਗ। This is a very, very clear indication that, he is now keen to come back and he wants to prove that he is a bigger warrior for the Sikh religion। और ਇਹਨਾਂ ਵਾਸਤੇ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਮੈਂ ਜਿਹੜਾ ਹੈ ਇੱਥੇ ਆਪਣਾ ਬਣਾਵਾਂ ਕਿ ਮੈਂ ਸਜ਼ਾ ਦਿਲਵਾ ਕੇ ਰਵਾਂਗਾ, ਔਰ ਜਿਨ੍ਹਾਂ ਨੇ ਵੀ ਉਹ ਕੰਮ ਇੱਦਾਂ ਦੇ ਕੀਤੇ ਸੀਗੇ ਉਹਨਾਂ ਨੂੰ ਜੋ ਸਖਤ ਤੋਂ ਸਖਤ ਸਜ਼ਾ ਦਿਲਾਣੀ ਹੈ।